ਸਤਿ ਸ਼੍ਰੀ ਅਕਾਲ। ਲੋਕਰਾਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ। ਮਹਿੰਦਰਪਾਲ ਸਿੰਘ ਜੀ, ਸਵਾਗਤ ਹੈ ਤੁਹਾਡਾ ਲੋਕਰਾਣ ਤੇ। ਮਿਹਰਬਾਨੀ ਜੀ, ਸ਼ੁਕਰੀਆ ਜੀ। ਦੋਸਤੋ, ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ। ਇਸ ਦੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਸਾਹਿਬ ਜੁੜੇ ਨੇ। ਕਾਫੀ ਗੱਲਾਂ ਸਮਝਣ ਨੂੰ ਤੁਹਾਨੂੰ ਮਿਲਣਗੀਆਂ ਜਦੋਂ ਅਸੀਂ ਵੀ ਗੱਲ ਕਰਦੇ ਹਾਂ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਥਲ-ਪੁਥਲ ਹੈ। ਜਿਹੜੀਆਂ ਵੱਡੀਆਂ ਸਟੇਟਾਂ ਦਾ ਆਪਸੀ ਡਿਸਪਿਊਟ ਹੈ, ਰੂਸ ਦਾ ਡਿਸਪਿਊਟ ਹੈ, ਯੂਕਰੇਨ ਦਾ ਡਿਸਪਿਊਟ ਹੈ, ਇਸ ਤਰ੍ਹਾਂ ਦੇ ਤਮਾਮ ਮਾਮਲੇ ਸਾਡੇ ਸਾਹਮਣੇ ਨੇ। ਇਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਇੰਡੀਅਨ ਸਟੇਟ ਦੇ ਵਿੱਚ ਵੀ ਜਿਹੜੀ ਸਟੇਟਸ ਹੈਗੀਆਂ ਨੇ ਉਹ ਆਪਸ ਦੇ ਵਿੱਚ ਟਕਰਾਅ ਦੀ ਸਥਿਤੀ ਉਹਨਾਂ ਦੀ ਬਣੀ ਹੋਈ ਹੈ। ਜਿਵੇਂ ਤਾਜ਼ਾ ਮੈਂ ਉਦਾਹਰਨ ਦੇ ਲਾਂ ਤਾਂ ਕਰਨਾਟਕ ਤੇ ਮਹਾਰਾਸ਼ਟਰ ਦਾ ਜਿਸ ਤਰ੍ਹਾਂ ਦਾ ਹੁਣ ਆਪਣਾ ਉਹਨਾਂ ਦਾ ਇੱਕ ਪੋਲੀਟੀਕਲ ਵਾਤਾਵਰਨ ਬਣਿਆ ਹੋਇਆ। ਦੂਜੇ ਪਾਸੇ ਪੰਜਾਬ ਦੇ ਵਿੱਚ ਸਿੱਖ ਤੇ ਜੰਮੂ ਕਸ਼ਮੀਰ ਦਾ ਇੱਕ ਇਸ਼ੂ ਲੰਮੇ ਸਮੇਂ ਤੋਂ ਰਿਹਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਹੁਣ ਇੱਕ ਇਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾ ਰਿਹਾ ਜਾਂ ਪੇਸ਼ ਕੀਤਾ ਜਾ ਰਿਹਾ ਕਿ ਸਿੱਖ ਇੱਕ ਥ੍ਰੈਟ ਲੱਗਣ ਵੱਡੀਆਂ ਹਕੂਮਤਾਂ ਦੇ ਲਈ, ਤੇ ਉਹਦੇ ਆਧਾਰ ਤੇ ਫਿਰ ਅੱਗੇ ਤੁਰਿਆ ਜਾਵੇ। ਹੁਣ ਪਾਕਿਸਤਾਨ ਦੇ ਵਿੱਚ ਸਿੱਖ ਕੌਮ ਨੂੰ ਇੱਕ ਵੱਖਰੀ ਮਾਨਤਾ ਮਿਲਣਾ, ਕੀ ਆਪਾਂ ਉਸ ਨੂੰ ਇੱਕ ਅਲੱਗ ਆਧਾਰ ਤੇ ਦੇਖ ਸਕਦੇ ਹਾਂ, ਜਾਂ ਜੋ ਸਾਰੀਆਂ ਘਟਨਾਵਾਂ ਹੈਗੀਆਂ ਨੇ ਆਪਾਂ ਕਿਤੇ ਨਾ ਕਿਤੇ ਇਸ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ? ਉਹ ਵੀ ਪ੍ਰੋਫੈਸਰ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਸਮਝਾਂਗੇ ਪ੍ਰੋਫੈਸਰ ਸਾਹਿਬ ਜੀ ਕੋਲੋਂ। ਪ੍ਰੋਫੈਸਰ ਸਾਹਿਬ, ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਗਈ ਹੈ, ਕਿਵੇਂ ਦੇਖਿਆ ਤੁਸੀਂ ਇਸ ਖਬਰ ਨੂੰ? ਹਾਂਜੀ, ਇਹ ਖਬਰ ਪਿਛਲੇ ਹਫ਼ਤੇ ਬਹੁਤ ਵੱਡੀ ਪੱਧਰ ਤੇ ਨਸ਼ਰ ਹੋਈ ਹੈ, ਖਾਸ ਕਰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਪਰ ਜੀ। ਪਰ ਮੈਂ ਇਹਨੂੰ ਇਹ ਦੇਖਦਾ ਕਿ ਪਾਕਿਸਤਾਨ ਨੇ ਤਾਂ ਇਹ ਗੱਲ ਜਿਹੜੀ ਕੀਤੀ ਹੈ ਉਹਦੇ ਕਈ ਤਰ੍ਹਾਂ ਦੇ ਪਰਸਪੈਕਟਿਵ ਆਲਰੇਡੀ ਹੀ ਸਾਡੇ ਇਤਿਹਾਸ ਦੇ ਵਿੱਚ ਪਏ ਨੇ, ਚਾਹੇ ਉਹ ਧਾਰਮਿਕ ਤੌਰ ਤੇ ਹੋਵੇ, ਚਾਹੇ ਉਹ ਹਿਸਟੋਰੀਕਲ ਤੌਰ ਤੇ ਹੋਵੇ ਜੀ। ਪਰ ਮੈਂ ਇਹ ਚੀਜ਼ ਕਹਿਣਾ ਕਿ ਇੰਡੀਆ ਨੇ ਹਜੇ ਇਹ ਗੱਲ ਪੂਰੀ ਕਰਨ ਚ ਜਾਂ ਜੋ ਪਾਕਿਸਤਾਨ ਨੇ ਕੀਤਾ ਹੈ, ਇੰਡੀਆ ਕਿਉਂ ਪਿੱਛੇ ਹੋ ਗਿਆ, ਇਹ ਵੱਡਾ ਸਵਾਲ ਹੈ। ਜਿਹੜਾ ਪਾਕਿਸਤਾਨ ਨੇ ਸਿੱਖਾਂ ਨੂੰ ਇੱਕ ਅੱਡਰੀ ਕੌਮ ਦੇ ਤੌਰ ਤੇ ਮਾਨਤਾ ਦਿੱਤੀ ਹੈ, ਜੇ ਆਪਾਂ ਨਾ ਭੁੱਲੀਏ ਤਾਂ 2005 ਦੇ ਵਿੱਚ ਪਾਕਿਸਤਾਨ ਨੇ ਆਨੰਦ ਮੈਰਿਜ ਐਕਟ ਨੂੰ ਵੀ ਰੀਕਨਸੀਡਰ ਕੀਤਾ ਸੀ। ਰੀਕਨਸੀਡਰ ਤੋਂ ਮੈਂ ਭਾਵ ਇਹ ਲੈਣਾ ਕਿ ਜੇ ਅਸੀਂ ਪਿਛਲੇ 120 ਸਾਲ ਦੀ ਗੱਲ ਕਰੀਏ, 120 ਸਾਲ ਜਦੋਂ ਕਿ ਇੱਥੇ ਅੰਗਰੇਜ਼ਾਂ ਦਾ ਰਾਜ ਸੀ, ਉਸ ਵਕਤ ਇੱਕ ਬਹੁਤ ਵੱਡਾ ਡਿਸਪਿਊਟ ਖੜਾ ਹੋ ਗਿਆ। ਜਿਹੜੇ ਦਿਆਲ ਸਿੰਘ ਮਜੀਠੀਆ ਸੀ, ਜਿਹੜੇ ਕਿ ਟ੍ਰਿਬਿਊਨ ਗਰੁੱਪ ਦੇ ਵੀ ਤੇ ਹੋਰ ਬੜੀਆਂ ਸੰਸਥਾਵਾਂ ਦੇ ਸੰਸਥਾਪਕ ਨੇ, ਉਹ ਇੱਕ ਅਮੀਰ ਸਿੱਖ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਰੀਆ ਸਮਾਜ ਨੂੰ ਆਪਣੇ ਆਪ ਨੂੰ ਸਮਰਪਿਤ ਕਰਤਾ ਤੇ ਆਪਣੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਸਮੇਤ ਹੋਰ ਸੰਸਥਾਵਾਂ ਉਹ ਆਰੀਆ ਸਮਾਜ ਨੂੰ ਦਿੱਤੇ, ਕਿਉਂਕਿ ਉਹਨਾਂ ਦਾ ਕੋਈ ਬੱਚਾ ਨਹੀਂ ਸੀ। ਇਹ 1905 ਦੀ ਗੱਲ ਹੈ। 1905 ਦੇ ਵਿੱਚ ਜਦੋਂ ਉਹਨਾਂ ਦੇ ਮਿਸਿਸ ਉਹਨਾਂ ਦੀ ਡੈਥ ਤੋਂ ਬਾਅਦ ਆਪਣੇ ਅਦਾਰਿਆਂ ਦੇ ਵਿੱਚ ਵਿਜ਼ਿਟ ਕਰਨਗੇ ਤਾਂ ਅਦਾਰਿਆਂ ਦੇ ਵਿੱਚ ਬੈਠੇ ਹੈਡਮਾਸਟਰਸ ਨੇ, ਪ੍ਰਿੰਸੀਪਲਸ ਨੇ, ਕਮੇਟੀ ਨੇ ਉਹਨਾਂ ਨੂੰ ਕਿਹਾ ਕਿ ਬੀਬੀ ਜੀ, ਇਹ ਤਾਂ ਸਾਰੀਆਂ ਸੰਸਥਾਵਾਂ ਹੁਣ ਆਰੀਆ ਸਮਾਜ ਦੀਆਂ ਨੇ, ਤੁਹਾਡਾ ਇਹਨਾਂ ਤੇ ਕੋਈ ਅਧਿਕਾਰ ਨਹੀਂ ਹੈ। ਤਾਂ ਉਹਨਾਂ ਨੂੰ ਇੱਕ ਝਟਕਾ ਲੱਗਿਆ ਕਿ ਮੇਰੇ ਪਰਿਵਾਰ ਦੀਆਂ, ਮੇਰੇ ਹਸਬੈਂਡ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੇ ਮੇਰਾ ਕੋਈ ਅਧਿਕਾਰ ਨਹੀਂ। ਤਾਂ ਉਹਨਾਂ ਨੇ ਮੁਖੀ ਸਿੱਖਾਂ ਨੂੰ ਬੁਲਾ ਕੇ ਕਿਹਾ ਵੀ ਅੱਜ ਇਹ ਮੇਰੇ ਨਾਲ ਹੋਇਆ, ਕੱਲ ਤੁਹਾਡੇ ਵੀ ਕਿਸੇ ਨਾਲ ਹੋਊਗਾ। ਤਾਂ ਉਹਨਾਂ ਨੇ ਨੂੰ ਸਲਾਹ ਦਿੱਤੀ ਗਈ ਕਿ ਉਹ ਲਾਹੌਰ ਹਾਈ ਕੋਰਟ ਦੇ ਵਿੱਚ ਮੁਕੱਦਮਾ ਕਰਨ। ਮੁਕੱਦਮਾ ਚੱਲਿਆ, ਮੈਂ ਸ਼ਾਰਟ ਕਰਾਂ, 1.5 ਸਾਲ ਬਾਅਦ ਅੰਗਰੇਜ਼ ਜੱਜ ਸੀ ਤਾਂ ਉਹਨੇ ਅੱਖਾਂ 'ਚ ਪਾਣੀ ਭਰ ਕੇ ਕਿਹਾ ਕਿ ਬੀਬੀ ਜੀ, ਤੁਸੀਂ ਠੀਕ ਹੋ, ਪਰ ਮੈਂ ਆਮ ਸੌਰੀ ਟੂ ਸੇ ਕਿ ਮੈਂ ਤੁਹਾਡੇ ਹੱਕ 'ਚ ਇਹ ਫੈਸਲਾ ਨਹੀਂ ਦੇ ਸਕਦਾ, ਕਿਉਂਕਿ ਤੁਸੀਂ ਹਿੰਦੂਆਂ ਦੇ ਕਲਚਰ ਮੁਤਾਬਕ ਗਵਰਨ ਕੀਤੇ ਜਾਂਦੇ ਹੋ ਅਕੋਰਡਿੰਗ ਟੂ ਲਾਅ। ਉਸ ਤੋਂ ਬਾਅਦ ਜਿਹੜੀ 4 ਸਾਲ ਦੀ ਮਿਹਨਤ ਕੀਤੀ ਉਸ ਵਕਤ ਦੇ ਸਿੱਖਾਂ ਨੇ, ਲੌਬਿੰਗ ਕੀਤੀ, ਸਮਝਾਇਆ ਅੰਗਰੇਜ਼ ਗਵਰਨਮੈਂਟ ਨੂੰ ਕਿ ਅਸੀਂ ਅੱਡ ਹਾਂ। ਤਾਂ ਉਸ ਤੋਂ ਬਾਅਦ ਇੱਕ ਕਾਨੂੰਨੀ ਦਸਤਾਵੇਜ਼ ਸਾਡੇ ਹੱਥ 'ਚ ਆਇਆ, ਆਨੰਦ ਮੈਰਿਜ ਐਕਟ 1909 ਦੇ ਵਿੱਚ। 1909 ਦੇ ਵਿੱਚ ਸਾਨੂੰ ਇੱਕ ਸਿੱਖ ਦੀ ਅੱਡਰੀ ਕੌਮ ਦੀ ਮਾਨਤਾ ਮਿਲ ਗਈ ਸੀ ਬ੍ਰਿਟਿਸ਼ ਸਰਕਾਰ ਵੇਲੇ। 1909 ਬ੍ਰਿਟਿਸ਼ ਸਰਕਾਰ ਦੇ ਟਾਈਮ। 1909 ਤੋਂ ਲੈ ਕੇ 1947 ਤੱਕ ਅਸੀਂ ਉਸੇ ਹੀ ਕਾਨੂੰਨ ਦੇ ਤਹਿਤ ਗਵਰਨ ਹੁੰਦੇ ਰਹੇ।
ਆਨੰਦ ਮੈਰਿਜ ਐਕਟ ਭਾਵ ਸਿੱਖਾਂ ਦਾ ਆਪਣਾ ਸਾਰਾ ਕੁਝ ਅਲੱਗ ਤਰੀਕੇ ਦੇ ਨਾਲ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਸੀ। ਤੇ ਇੱਥੇ ਇਹ ਵੀ ਮੈਂ ਜ਼ਿਕਰ ਕਰ ਦਵਾਂ ਕਿ ਜਦੋਂ 1937 ਦੇ ਵਿੱਚ ਇਲੈਕਸ਼ਨਾਂ ਹੋਈਆਂ ਇਸ ਖਿੱਤੇ ਦੇ ਵਿੱਚ, ਜਦੋਂ ਪੰਜਾਬ ਇੱਕੋ ਸੀਗਾ, ਤਾਂ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਸੀ ਉਹ 3 ਕੌਮਾਂ ਦੇ ਆਧਾਰ ਤੇ ਹੋਈਆਂ, ਸਿੱਖ ਕੌਮ, ਹਿੰਦੂ ਕੌਮ, ਮੁਸਲਮਾਨ ਕੌਮ। ਸੋ ਸਿੱਖਾਂ ਨੂੰ ਉਸ ਵਕਤ ਵੀ ਕੌਮ ਦਾ ਮਾਨਤਾ ਜਿਹੜੀ ਉਹ ਮਿਲ ਚੁੱਕੀ ਸੀ, ਜਿਹੜੀ ਤੁਸੀਂ ਸਵਾਲ ਕੀਤਾ ਹੈ। ਪਰ 1947 ਤੋਂ ਬਾਅਦ ਸਿੱਖਾਂ ਦੀ ਇੱਕ ਵਿਲੱਖਣ ਕੌਮ, ਅਡਰੀ ਕੌਮ ਦੀ ਜਿਹੜੀ ਸਟੇਟਸ ਸੀਗਾ, ਲੀਗਲ ਸਟੇਟਸ ਸੀਗਾ, ਉਹਨੂੰ ਖਤਮ ਕਰਕੇ ਇਸ ਸੰਵਿਧਾਨ ਦੇ ਵਿੱਚ ਜਿਹੜਾ ਅੱਜ ਸਾਡੇ ਉੱਤੇ ਗਵਰਨ ਹੁੰਦਾ ਹੈ, ਉਹਦੇ ਵਿੱਚ ਸਾਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਮੰਨ ਲਿਆ ਗਿਆ। ਜਦੋਂ ਤੁਸੀਂ ਧਰਮ ਦੇ ਹਿੱਸੇ ਬਣ ਗਏ, ਤੁਸੀਂ ਫਿਰ ਅਡਰੀ ਕੌਮ ਦੇ ਤੌਰ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦੇ। ਇਹ ਸਾਡੀ ਲੜਾਈ ਚੱਲ ਰਹੀ ਹੈ। ਪਰ ਪਾਕਿਸਤਾਨ ਨੇ ਆਨੰਦ ਮੈਰਿਜ ਐਕਟ ਨੂੰ ਵੀ 2005 ਦੇ ਵਿੱਚ ਦੁਬਾਰਾ ਲਾਗੂ ਕਰਤਾ ਸੀ, ਤੇ ਅੱਜ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਇਹ ਵੀ ਉਹਨਾਂ ਨੇ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਸਾਰੇ ਇਤਿਹਾਸ, ਉਸੇ ਨੂੰ ਦੁਬਾਰਾ ਸਿੱਖ ਕੌਮ ਨੂੰ ਕਿਹਾ ਕਿ ਹਾਂ ਤੁਹਾਡੀ ਕਿਉਂਕਿ ਅੱਡ ਇੱਕ ਕੌਮ ਹੈ, ਅਸੀਂ ਤੁਹਾਨੂੰ ਅੱਡ ਕੌਮ ਦੇ ਤੌਰ ਤੇ ਮਾਨਤਾ ਦਿੰਨੇ ਆ। ਇਹਦਾ ਇੱਕ ਸ਼ਾਰਟ ਇਤਿਹਾਸ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਇਹ ਹੈ, ਕਿਉਂਕਿ ਸਾਡੇ ਜਿਹੜੇ ਧਰਮ ਗ੍ਰੰਥ ਨੇ, ਜਿਨ੍ਹਾਂ ਤੋਂ ਕਿਸੇ ਵੀ ਕੌਮ ਨੇ ਆਪਣੇ ਲੈਣਾ ਹੁੰਦਾ, ਸੋਰਸ ਹੁੰਦੇ ਨੇ, ਉਹਦੇ ਵਿੱਚ ਜਿਹੜੀ ਮੁੱਖ ਚੀਜ਼ਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਉਹਨਾਂ ਚੋਂ ਇੱਕ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ। ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੀਆਂ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਵੀ ਉਹਨੇ ਆਪਣਾ ਜਿਹੜਾ ਪੰਥ ਹੈ ਉਹ ਨਿਰਾਲਾ ਕਰ ਲਿਆ, ਅਡਰਾ ਕਰ ਲਿਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਵੀ ਭਾਈ ਗੁਰਦਾਸ ਜੀ ਨੇ ਕਿਹਾ। ਸਿੱਕਾ ਕੌਣ ਮਾਰਦਾ ਹੈ? ਸਿੱਕਾ ਜਿਹੜਾ ਰਾਜ ਹੁੰਦਾ ਹੈ, ਉਹ ਸਿੱਕਾ, ਭਾਵੇਂ ਸਿੱਕਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਆ ਕੇ ਦੱਸਿਆ, ਫਿਰ ਮਿਸਲਾਂ ਦੇ ਟਾਈਮ ਤੇ ਦੱਸਿਆ, ਫਿਰ ਮਹਾਰਾਜਾ ਰਣਜੀਤ ਦੇ ਟਾਈਮ ਤੇ ਦੱਸਿਆ, ਪਰ ਇਹਦੀ ਪਾਸ਼ੀਨ ਗੋਈ ਆਈਡੀਓਲੋਜੀਕਲੀ ਭਾਈ ਗੁਰਦਾਸ ਜੀ ਨੇ ਪਹਿਲਾਂ ਕਰਤੀ ਸੀ। ਸੋ ਇਹ ਜਿਹੜਾ ਇਤਿਹਾਸ ਹੈ, ਇਹਦੇ ਮੁਤਾਬਕ ਪਾਕਿਸਤਾਨ ਨੇ ਬਿਲਕੁਲ ਠੀਕ ਕੀਤਾ ਹੈ। ਉਹਨੇ, ਹਾਲਾਂਕਿ ਉਹ ਲੇਟ ਹੋ ਗਿਆ ਮੇਰੇ ਹਿਸਾਬ ਨਾਲ, ਕਿਉਂਕਿ ਉਹ ਜਿਹੜੀ ਧਰਤੀ ਹੈ ਜਿੱਥੇ ਨਨਕਾਣਾ ਸਾਹਿਬ ਹੈ, ਜਿੱਥੇ ਪੰਜਾ ਸਾਹਿਬ ਹੈ, ਜਿੱਥੇ ਕਰਤਾਰਪੁਰ ਸਾਹਿਬ ਹੈ, ਉਹਨਾਂ ਨੂੰ 2005 ਵਿੱਚ ਹੀ ਘੱਟੋ ਘੱਟ ਇਹ ਗੱਲ ਨਾਲ ਹੀ ਕਹਿ ਦੇਣੀ ਚਾਹੀਦੀ ਸੀ ਕਿ ਅਸੀਂ ਆਨੰਦ ਮੈਰਿਜ ਐਕਟ ਨੂੰ ਵੀ ਦੁਬਾਰਾ ਰੀ ਕਰ ਰਹੇ ਹਾਂ, ਰੀਕਨਸਾਈਲ ਕਰ ਰਹੇ ਹਾਂ। ਉੱਥੇ ਨਾਲ ਹੀ ਕਹਿਣਾ ਸੀ ਕਿ ਸਿੱਖਾਂ ਨੂੰ ਇੱਕ ਅਡਰੀ ਕੌਮ ਦੇ ਤੌਰ ਤੇ, ਪਰ ਚਲੋ ਹੁਣ ਉਹ ਆਏ ਨੇ ਦਰੁਸਤ, ਤੇ ਮੈਂ ਕਹਿੰਦਾ ਵੀ ਛੇਤੀ ਇੰਡੀਆ ਨੂੰ ਵੀ ਆਪਣੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ। ਤੁਹਾਡੀ ਵੀ ਇਹ ਲੜਾਈ ਆ ਰਹੀ ਹੈ ਤੇ ਇਤਿਹਾਸਿਕ ਵੀ ਰਿਹਾ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਵੀ ਲਿਖਿਆ ਸੀ ਕਿ ਹਮ ਹਿੰਦੂ ਨਹੀਂ। ਤੇ ਇੱਥੇ ਵੀ ਲੜਾਈ ਤੁਹਾਡੀ ਆਹੀ ਰੂਪ ਰਿਹਾ ਕਿ ਸਿੱਖਾਂ ਨੂੰ ਪਰ ਹਿੰਦੁਸਤਾਨ ਦੇ ਵਿੱਚ ਵੀ ਇੱਕ ਵੱਖਰੀ ਕੌਮ ਮੰਨਿਆ ਜਾਵੇ। ਕੀ ਮੰਨਦੀ ਨਹੀਂ ਇੰਡੀਅਨ ਸਟੇਟ ਸਿੱਖਾਂ ਨੂੰ ਇੱਕ ਵੱਖਰੀ ਕੌਮ? ਮੈਂ ਉਹੀ ਤਾਂ ਕਹਿਣਾ ਨਾ, ਜਿਹੜਾ ਇੰਡੀਆ ਦਾ ਰਿਟਨ ਕਨਸਟੀਟਿਊਸ਼ਨ ਹੈ, ਉਹਦੀ ਧਾਰਾ 25 ਜਿਹੜੀ ਹੈ, ਉਹ ਲਿਖਤੀ ਤੌਰ ਤੇ ਸਾਨੂੰ ਕਹਿੰਦੀ ਹੈ ਕਿ ਇਸ ਕੰਟਰੀ ਦੇ ਵਿੱਚ ਕੌਣ ਕੌਣ ਰਹੂਗਾ। ਇਹ ਪ੍ਰੀਐਮਬਲ ਕਹਿੰਦਾ ਹੈ ਇਸ ਦੇਸ਼ ਦੇ ਸੰਵਿਧਾਨ ਦਾ। ਇੱਥੇ ਮੁਸਲਮਾਨ ਉਹਨਾਂ ਦੀ ਡੈਫੀਨੇਸ਼ਨ ਹੈ, ਇੱਥੇ ਕ੍ਰਿਸਚੀਅਨ ਉਹਨਾਂ ਦੀ ਡੈਫੀਨੇਸ਼ਨ ਹੈ, ਇੱਥੇ ਪਾਰਸੀ ਉਹਨਾਂ ਦੀ ਡੈਫੀਨੇਸ਼ਨ ਹੈ। ਇਹ 3 ਕੌਮਾਂ ਦੀ ਡੈਫੀਨੇਸ਼ਨ ਦੇ ਕੇ ਸੰਵਿਧਾਨ ਚੌਥੀ ਜਿਹੜੀ ਧਾਰਾ 25 ਹੈ, ਉਹਦੇ ਵਿੱਚ ਕਹਿੰਦਾ ਐਂਡ ਆਲ ਅਦਰਸ, ਅਤੇ ਬਾਕੀ ਸਾਰੇ ਬ੍ਰੈਕਟ ਸ਼ੁਰੂ, ਬੋਧੀ, ਜੈਨੀ, ਸਿੱਖ, ਹਿੰਦੂ ਲਫ਼ਜ਼ ਨਹੀਂ ਹੈਗਾ ਉੱਥੇ, ਐਂਡ ਆਲ ਅਦਰਸ ਬ੍ਰੈਕਟ ਬੰਦ, ਵਿਲ ਬੀ ਕੰਸੀਡਰਡ ਐਜ਼ ਹਿੰਦੂ। ਇਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਹਿੰਦੂ ਦੇ ਨਾਂ ਦੇ ਥੱਲੇ ਬ੍ਰੈਕਟ ਕਰਤਾ, ਭਾਵ ਸਿੱਖਾਂ ਨੂੰ ਅਡਰੀ ਕੌਮ ਨਹੀਂ ਮੰਨਿਆ। ਜਦੋਂ ਕਿ ਅਸੀਂ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਜਿਸ ਤਰ੍ਹਾਂ ਵੀ ਅਸੀਂ ਜੀਵੇ ਹਾਂ, ਜਿਸ ਤਰ੍ਹਾਂ ਵੀ ਅਸੀਂ ਰਾਜ ਕੀਤਾ ਜਾਂ ਨਹੀਂ ਕੀਤਾ, ਪਰ ਅਸੀਂ ਅਡਰੀ ਕੌਮ ਦੇ ਤੌਰ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਰਹੇ ਹਾਂ ਹਰ ਸਮੇਂ ਦੇ ਵਿੱਚ। ਚਾਹੇ ਉਹ ਮੁਗਲ ਸੀ, ਚਾਹੇ ਉਹ ਅਬਦਾਲੀ ਸੀ, ਚਾਹੇ ਉਹ ਬ੍ਰਿਟਿਸ਼ਰ ਸੀ, ਚਾਹੇ ਅੱਜ ਇਹ ਹਿੰਦੂ ਹਕੂਮਤ ਹੈ। ਸੋ ਸਾਡੀ ਜਿਹੜੀ ਲੜਾਈ ਹੈ ਉਹ ਇਹੀ ਹੈ ਕਿ ਅਸੀਂ ਇੱਕ ਅੱਡ ਕੌਮ ਆ, ਮੈਜੋਰਟੀ ਦੇ ਦਬਾਅ ਹੇਠਾਂ ਜਾਂ ਮੈਜੋਰਟੀ ਤੋਂ ਮਿਲੀਆਂ ਪਾਵਰਾਂ ਦੇ ਤਹਿਤ ਸਾਨੂੰ ਮਾਈਨੋਰਟੀ ਸਮਝ ਕੇ
ਸਾਡਾ ਕਲਚਰ, ਸਾਡਾ ਰਿਲੀਜਨ ਤੇ ਸਾਡਾ ਜਿਹੜਾ ਸਾਡਾ ਬਣਦਾ ਸਥਾਨ ਹੈ, ਉਹਨੂੰ ਮੈਜੋਰਟੀ ਦੇ ਧੱਕੇ ਨਾਲ ਸਲਬ ਨਾ ਕੀਤਾ ਜਾਵੇ। ਇਸੇ ਕਰਕੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਉਹ ਵੀ ਇੱਕ ਕੌਮ ਦੇ ਪ੍ਰਗਟਾਵੇ ਦੀ ਗੱਲ ਹੈ। ਜਿਹੜੀ ਇੱਕ ਅੱਡ ਕੌਮ ਹੈ, ਉਹ ਅੱਡ ਦੇਸ਼ ਵੀ ਲਏਗੀ। ਇਹੀ ਸਭ ਤੋਂ ਵੱਡਾ ਅਸੀਂ ਜੋ ਹੁਣ ਤੱਕ ਮੈਂ 40 ਸਾਲ ਦੇ ਵਿੱਚ ਨਤੀਜਾ ਕੱਢਿਆ ਹੈ, ਇਹੀ ਸਭ ਤੋਂ ਵੱਡਾ ਖਦਸ਼ਾ ਇਸ ਸਰਕਾਰ ਨੂੰ, ਇਸ ਇੰਡੀਅਨ ਸਟੇਟ ਨੂੰ ਲੱਗਦਾ ਸੀ। 1947 ਤੋਂ ਬਾਅਦ ਸਾਡਾ ਉਹਨਾਂ ਨੇ ਹੱਕ ਮਾਰਿਆ ਤੇ ਸਾਨੂੰ ਧਾਰਮਿਕ ਤੌਰ ਤੇ ਸਾਨੂੰ ਰਾਜਸੀ ਤੌਰ ਤੇ ਸਾਡੇ ਅਧਿਕਾਰਾਂ ਤੋਂ ਵੰਚਿਤ ਕਰਤਾ। ਸਾਨੂੰ ਸਿੱਖਾਂ ਨੂੰ ਵੱਖਰੀ ਪਛਾਣ ਦਿਵਾਉਣ ਦੇ ਲਈ ਜਾਂ ਸਰਕਾਰ ਦੇ ਸਾਹਮਣੇ ਆਪਣੀ ਗੱਲ ਰੱਖਣ ਦੇ ਲਈ ਅੱਜ ਤੱਕ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ? ਦੇਖੋ, ਉਪਰਾਲੇ ਜਿਹੜੇ ਨੇ 1947 ਤੋਂ ਲੈ ਕਰਕੇ ਅੱਜ ਤੱਕ, ਜਿਵੇਂ ਸਾਨੂੰ ਜਰਾਇਮ ਪੇਸ਼ਾ ਕੌਮ ਕਹਿਤਾ ਸਿੱਖਾਂ ਨੂੰ, ਕਿਸੇ ਹੋਰ ਨੂੰ ਨਹੀਂ ਕਿਹਾ। ਕੌਮਾਂ ਤਾਂ ਕਈ ਵਸਦੀਆਂ ਇੱਥੇ। ਮੁੱਖ ਤੌਰ ਤੇ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ ਕਿ ਉਸ ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਪੰਡਿਤ ਜੀ ਨਹਿਰੂ, ਮਹਾਤਮਾ ਗਾਂਧੀ ਤੇ ਪਟੇਲ, ਇਹਨਾਂ ਤਿੰਨਾਂ ਨੇ ਜੋ ਵਾਅਦੇ ਸਾਡੇ ਨਾਲ ਕੀਤੇ ਸੀ ਇੱਕ ਅੱਡ ਕੌਮ ਦੇ ਤੌਰ ਤੇ, ਉਹ ਹੁਣ ਇਹ ਮੁੱਕਰ ਰਹੇ ਨੇ, ਤਾਂ ਉਹਨਾਂ ਨੇ ਸਿੱਖਾਂ ਨਾਲ ਇੱਕ ਰਾਏ ਕੀਤੀ ਕਿ ਅਸੀਂ ਹੁਣ ਕਰੀਏ ਕੀ। ਤਾਂ ਉਹਨਾਂ ਦਾ ਉਸ ਵਕਤ ਦਾ ਫੈਸਲਾ ਸੀ, ਭਾਵੇਂ ਇਹਦੇ ਬਾਰੇ ਮੈਂ ਅੱਜ ਹੋਰ ਵਿਚਾਰ ਰੱਖਦਾ, ਪਰ ਮੈਂ ਇਹ ਗੱਲ ਕਹਿਣਾ ਕਿ ਉਹਨਾਂ ਦਾ ਸੀ ਕਿ ਪਹਿਲਾਂ ਆਪਣੀ ਸਟੇਟ ਜਿਹੜੀ ਹੈ ਉਹ ਇੱਕ ਸਿੱਖ ਸਟੇਟ ਬਣਾਈਏ, ਪੰਜਾਬੀ ਦੇ ਆਧਾਰ ਤੇ ਬਣਾਈਏ। ਪਰ ਉਹ ਤਾਂ ਕਹਿੰਦੇ ਗੱਲ ਆਹ ਵੀ ਚੱਲੀ ਸੀ ਕਿ ਜਦੋਂ 1947 ਦੀ ਵੰਡ ਹੋ ਗਈ ਸੀ, ਟੂ ਨੇਸ਼ਨ ਥਿਊਰੀ ਲਾਗੂ ਹੋ ਗਈ ਸੀ, ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ, ਤੇ ਜਿਸ ਲੀਡਰਸ਼ਿਪ ਤੇ ਤੁਸੀਂ ਗੱਲ ਕੀਤੀ ਮਾਸਟਰ ਜੀ ਹੋਰਾਂ ਦੀ, ਉਦੋਂ ਸਿੱਖ ਇੱਕ ਮਤਲਬ ਵੱਖਰਾ ਆਪਣਾ ਹੋਮਲੈਂਡ ਮੰਗਦੀ ਸੀ ਆਹ ਲੀਡਰਸ਼ਿਪ, ਜਿਨ੍ਹਾਂ ਨੂੰ ਬਾਅਦ ਚ ਨਾ ਕਰਤੀ ਗਈ। ਤੇ ਫਿਰ ਕਹਿੰਦੇ ਕਿ ਉੱਪਰੋਂ ਹੀ ਇਹ ਵੀ ਗੱਲ ਨਿਕਲ ਕੇ ਆਈ ਸੀ, ਉਹ ਕਹਿੰਦੇ ਸੀ ਕਿ ਮਾਸਟਰ ਜੀ ਹੁਣ ਉਹ ਸਮਾਂ ਤਾਂ ਰਿਹਾ ਨਹੀਂ ਹੈਗਾ। ਉਹੀ ਗੱਲ ਕਹਿ ਰਿਹਾ, ਉਹ ਤਾਂ ਨਹਿਰੂ ਸਾਹਿਬ ਦੀ ਇੱਕ ਨਾ ਸਟੇਟਮੈਂਟ ਹੋ ਗਈ। ਦੂਜੀ ਤਰਫ ਇਹ ਗੱਲ ਵੀ ਸੀ, ਉਹ ਸਮਾਂ ਤਾਂ ਹੁਣ ਰਿਹਾ ਨਹੀਂ ਹੈਗਾ, ਹੁਣ ਭਾਸ਼ਾ ਦੇ ਆਧਾਰ ਤੇ ਅੱਗੇ ਸੂਬੇ ਵੰਡੇ ਜਾਣੇ ਨੇ, ਵੀ ਤੁਸੀਂ ਭਾਸ਼ਾ ਦੇ ਆਧਾਰ ਦੇ ਉੱਤੇ ਆਪਣਾ ਇੱਕ ਸੂਬਾ ਲੈ ਲਓ ਪੰਜਾਬ, ਵੀ ਉਹ ਗੱਲ ਹੁਣ ਤੁਸੀਂ ਛੱਡ ਦਿਓ। ਦੇਖੋ, ਭਾਸ਼ਾ ਦੇ ਆਧਾਰ ਤੇ ਤਾਂ ਕੋਈ ਖਾਸ ਨਵੀਂ ਗੱਲ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਨਹੀਂ ਕਹੀ ਗਈ। ਉਹ ਤਾਂ ਸਾਰਾ ਦੇਸ਼ ਹੀ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ, ਚਾਹੇ ਉਹ ਮਰਾਠਵਾੜਾ ਸੀ, ਚਾਹੇ ਉਹ ਗੁਜਰਾਤ ਸੀ, ਚਾਹੇ ਕੋਈ ਵੀ ਪ੍ਰਦੇਸ਼ ਸੀਗਾ, ਉਹ ਸਾਰੇ ਭਾਸ਼ਾ ਦੇ ਆਧਾਰ ਤੇ ਹੀ ਵੰਡੇ ਗਏ। ਤੈਮਿਲ ਸੀ, ਦੂਜੇ ਸੀ। ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜਾ ਵਾਅਦਾ ਇੱਕ ਕੌਮ ਦਾ ਕੌਮ ਤੌਰ ਤੇ ਕੀਤਾ ਗਿਆ ਕਿ ਭਾਰਤ ਦੇ ਉੱਤਰ ਵਿੱਚ ਇੱਕ ਐਸਾ ਖਿੱਤਾ ਤੁਹਾਨੂੰ ਦਿੱਤਾ ਜਾਊਗਾ ਜਿਹਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਜੇ ਉਹ ਮੈਜੋਰਟੀ ਦੇ ਬੇਸ ਤੇ ਸਾਨੂੰ ਡਿਨਾਈ ਕਰਦੇ ਨੇ ਤਾਂ ਮੈਂ ਕਹਿਣਾ ਕਿ ਉਹ ਵਿਸ਼ਵਾਸਘਾਤ ਹੈ ਨਾ। ਜਦੋਂ ਕਿਸੇ ਕੌਮ ਨਾਲ ਵਿਸ਼ਵਾਸਘਾਤ ਹੋ ਜੇ ਤਾਂ ਫਿਰ ਉਹਨੂੰ ਤਾਂ ਲੜਾਈ ਲੜਨੀ ਪਏਗੀ ਨਾ, ਜਾਂ ਉਹਨੂੰ ਸਰੈਂਡਰ ਕਰਨਾ ਪਏਗਾ। ਹੁਣ ਅਸੀਂ ਸਰੈਂਡਰ ਨਹੀਂ ਕਰ ਰਹੇ। ਸਾਡੀ ਮੈਜੋਰਟੀ ਜਿਹੜੀ ਹੈ, ਸਿੱਖਾਂ ਦੀ ਮੈਜੋਰਟੀ ਜਿਹੜੀ ਹੈ, ਮੈਂ ਬਿਲਕੁਲ ਕੈਮਰੇ ਦੇ ਮੂਹਰੇ ਮੰਨ ਰਿਹਾ ਕਿ ਉਹ ਸਰੈਂਡਰ ਕਰ ਚੁੱਕੀ ਹੈ। ਪਰ ਮੈਨੂੰ ਆਪਣੇ ਛੋਟੇ ਭਰਾ ਦੀਪ ਜਾਂ ਚਲਾ ਗਿਆ ਇਸ ਦੁਨੀਆ ਤੋਂ, ਦੀਪ ਸਿੱਧੂ, ਉਹਦੀ ਗੱਲ ਯਾਦ ਆਉਂਦੀ ਹੈ ਕਿ ਜਿਹੜਾ ਹੁਕਮਰਾਨ ਹੈ ਜਾਂ ਤਾਂ ਤੁਹਾਨੂੰ ਅਸਿਮੀਲੇਟ ਕਰਦਾ ਹੈ ਜਾਂ ਫਿਰ ਤੁਹਾਨੂੰ ਐਲੀਮੀਨੇਟ ਕਰਦਾ ਹੈ। ਅਸਿਮੀਲੇਟ ਦਾ ਮਤਲਬ ਹੈ ਆਪਣੇ 'ਚ ਜਜ਼ਬ ਕਰਦਾ ਹੈ। ਜੇ ਤੁਸੀਂ ਜਜ਼ਬ ਕਰਨ ਤੋਂ ਨਾ ਕਰਦੇ ਹੋ ਤਾਂ ਫਿਰ ਤੁਹਾਨੂੰ ਐਲੀਮੀਨੇਟ ਕਰਦਾ ਹੈ, ਜਿਵੇਂ ਤੁਹਾਡੇ ਮੁਕੱਦਸ ਧਾਰਮਿਕ ਸਥਾਨਾਂ ਤੇ ਹਮਲੇ ਕਰਦਾ ਹੈ, ਤੁਹਾਨੂੰ ਵੀ ਮਾਰ ਮੁਕਾਇਆ ਜਾਂਦਾ। ਹਾਂ, ਮਾਰ ਮੁਕਾਇਆ ਜਾਂਦਾ ਹੈ। ਸੋ ਇਹ ਗੱਲ ਹੈ ਵੀ ਆਪਣੇ ਆਪ 'ਚ ਸਮਾ ਜਾਣ, ਜਾਂ ਅਸੀਂ ਸਮਾਉਣ ਦੇ ਲਈ ਹਜੇ ਤਿਆਰ ਨਹੀਂ ਆ, ਕਿਉਂਕਿ ਅਸੀਂ ਇੱਕ ਅੱਡਰੀ ਕੌਮ ਆ। ਸੋ ਜਿਹੜਾ ਪਾਕਿਸਤਾਨ ਨੇ ਸਾਨੂੰ ਇੱਕ ਅੱਡ ਨੇਸ਼ਨ ਦਾ ਦਿੱਤਾ ਹੈ, ਉਹ ਇੱਕ ਸਾਨੂੰ ਇਤਿਹਾਸਕ ਤੌਰ ਤੇ ਉਹਨਾਂ ਨੇ ਆਪਣੀ ਗਲਤੀ ਦਰੁਸਤ ਕੀਤੀ ਹੈ ਕਿ ਉਹਨਾਂ ਨੂੰ ਬਹੁਤ ਪਹਿਲਾਂ ਕਹਿ ਦੇਣਾ ਚਾਹੀਦਾ ਸੀ, ਕਿਉਂਕਿ ਸਿੱਖ ਤਾਂ ਉੱਥੇ ਵੀ ਰਹਿੰਦੇ ਨੇ ਨਾ। ਹੁਣ ਸਿੱਖ, ਇਹ ਸਵਾਲ ਹੈ ਕਿ ਸਿੱਖ ਉੱਥੇ ਇੱਕ ਅੱਡ ਦੇਸ਼ ਦੀ ਮੰਗ ਕਿਉਂ ਨਹੀਂ ਕਰਦੇ? ਸਭ ਨੂੰ ਪਤਾ ਹੈ ਦੁਨੀਆ ਭਰ ਦੇ ਵਿੱਚ 1947 ਦੇ ਵਿੱਚ ਵੱਡੀ ਗਿਣਤੀ 'ਚ ਅਸੀਂ ਹਿਜਰਤ ਕਰਕੇ ਇਸ ਮੁਲਕ 'ਚ ਆ ਗਏ, ਜਿਸ ਮੁਲਕ ਦੇ ਵਿੱਚ ਅਸੀਂ ਅੱਜ ਜ਼ਿਆਦਾ ਗਿਣਤੀ ਜਾਂ ਸਭ ਤੋਂ ਜ਼ਿਆਦਾ ਗਿਣਤੀ 'ਚ ਰਹਿੰਦੇ ਹਾਂ। ਨੈਚੁਰਲੀ ਹੈ ਅਸੀਂ ਉੱਥੇ ਹੀ ਆਪਣਾ ਇੱਕ ਅੱਡ ਦੇਸ਼ ਦੀ, ਆਪਣੇ ਨੇਸ਼ਨ ਦੇ ਆਧਾਰ ਤੇ ਮੰਗ ਕਰਾਂਗੇ। ਸੋ ਨੇਸ਼ਨ ਦੇ ਤੌਰ ਤੇ ਖਾਲਿਸਤਾਨ ਵੀ ਨੇਸ਼ਨ ਸਟੇਟ ਹੋਊਗੀ। ਦੇਖੋ, ਖਾਲਿਸਤਾਨ ਬਹੁ ਕੌਮੀ ਇੱਕ ਦੇਸ਼ ਹੈ, ਪਰ ਸਿੱਖਾਂ ਦਾ ਇੱਕ ਦੇਸ਼ ਹੋਵੇ, ਇਸ ਚੀਜ਼ ਨੂੰ ਪ੍ਰੂਵ ਕਰਦਾ ਹੈ ਕਿ
ਇਹ ਨਾ ਹੋਵੇ ਕਿ ਦੁਨੀਆ 'ਚ ਹਰ ਕੌਮ ਦਾ ਆਪਣਾ ਇੱਕ ਦੇਸ਼ ਹੈ ਤੇ ਸਿੱਖਾਂ ਦਾ ਆਪਣਾ ਕੋਈ ਦੇਸ਼ ਹੀ ਨਾ ਹੋਵੇ। ਕਿਉਂਕਿ ਸਾਨੂੰ ਨਾ ਤਾਂ ਇੱਥੇ ਸਟੇਟਸ ਮਿਲਿਆ ਹੈ। ਇਹ ਸਾਰੀਆਂ ਗੱਲਾਂ ਲੜੀ ਬਰ ਲੜੀ ਜੁੜੀ ਜਾਣਗੇ ਭੰਗੂ ਸਾਹਿਬ ਜਦੋਂ ਤੁਸੀਂ 1973 ਤੇ ਪਹੁੰਚੋਗੇ, 66 ਤੋਂ ਬਾਅਦ, 66 ਦੇ ਪੰਜਾਬੀ ਸੂਬੇ ਤੋਂ ਬਾਅਦ, ਜਦੋਂ ਫਿਰ ਵੀ ਤੁਹਾਨੂੰ ਇਨਸਾਫ ਨਹੀਂ ਮਿਲੂਗਾ, ਤੁਹਾਡੇ ਪਾਣੀ ਖੋਲੇ ਜਾਣਗੇ, ਤੁਹਾਡੀ ਜ਼ੁਬਾਨ ਖੋਲੀ ਜਾਏਗੀ, ਫਿਰ ਤੁਹਾਨੂੰ ਦੁਬਾਰਾ ਇੱਕ ਜੁੜਨਾ ਪਏਗਾ ਕੌਮੀ ਤੌਰ ਤੇ। 1973 ਦੇ ਵਿੱਚ ਜਿਹੜਾ ਅਨੰਦਪੁਰ ਦਾ ਮਤਾ ਪਾਸ ਕੀਤਾ ਗਿਆ, ਅਸਲ ਵਿੱਚ ਉਹ ਵੀ ਸਾਡਾ ਇੱਕ ਅੱਡ ਕੌਮ ਦਾ ਹੀ ਕਨਸੈਪਟ ਸੀ ਵੀ ਜੇ ਅੱਡ ਸਾਨੂੰ ਨਾਲ ਰੱਖਣਾ ਚਾਹੁੰਦੇ ਹੋ ਤਾਂ ਸਾਨੂੰ ਘੱਟੋ ਘੱਟ ਆ 5 ਚੀਜ਼ਾਂ ਛੱਡ ਕੇ ਬਾਕੀ ਸਾਰੀ ਸੋਵਰੈਂਟੀ ਦਿਓ, ਜਿਹਨੂੰ ਬਾਅਦ ਵਿੱਚ ਭਾਵੇਂ ਵੱਧ ਅਧਿਕਾਰਾਂ ਦੀ ਗੱਲ ਕਰ ਲਓ। ਉਹ ਇੱਕ ਮੋਰਚਾ ਵੀ ਚੱਲਿਆ ਤੇ ਅਸੀਂ ਇਹ ਤਾਂ ਘੱਟੋ ਘੱਟ ਇਹ ਕਹਿਣ ਯੋਗ ਹੈਗੇ ਆ, ਜਦ ਤੱਕ ਮੈਂ ਜਿਉਣਾ ਜਾਂ ਮੇਰੇ ਨਾਲ ਦੇ ਜਿਉਂਦੇ ਨੇ, ਇਹ ਤਾਂ ਕਹਿਣ ਯੋਗ ਹੈਗੇ ਆ ਜੇ ਸਾਨੂੰ ਅਸਿਮੀਲੇਟ ਜਾਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਹਕੂਮਤ ਨੇ ਲਗਾਤਾਰ ਕੀਤੀ ਸੀ ਤਾਂ ਅਸੀਂ ਮਰਨਾ ਤਾਂ ਸਵੀਕਾਰ ਕੀਤਾ ਪਰ ਝੁਕਣਾ ਸਵੀਕਾਰ ਨਹੀਂ ਕੀਤਾ ਇਸ ਇਸ਼ੂ ਤੇ ਕਿ ਅਸੀਂ ਇੱਕ ਅੱਡ ਕੌਮ ਆ। ਜਿਹੜੀ ਗੱਲ ਤੁਸੀਂ ਪਾਕਿਸਤਾਨ ਦੀ ਕਹੀ ਹੈ ਨਾ, ਉਸ ਇਸ਼ੂ ਤੇ ਅਸੀਂ ਬਿਲਕੁਲ ਕਲੀਅਰ ਆ, ਭਾਵੇਂ ਥੋੜੇ ਆ, ਗਿਣਤੀ ਜਿੰਨੀ ਹੈ ਅਜੇ ਹਿੰਦੁਸਤਾਨ ਚ ਸਿੱਖਾਂ ਦੀ ਉਹਦੇ ਵਿੱਚ ਅਸੀਂ ਬਹੁਤ ਥੋੜੇ ਆ, ਇਹ ਜਾਣਦੇ ਆ, ਪਰ ਅਸੀਂ ਆਪਣੇ ਬਾਕੀਆਂ ਨੂੰ ਸਮਝਾ ਰਹੇ ਹਾਂ। ਪਰ ਅਸੀਂ ਇਹ ਨਹੀਂ ਮੰਨਣ ਨੂੰ ਤਿਆਰ ਕਿ ਜੇ ਉਹ ਨਹੀਂ ਸਮਝਦੇ ਤੇ ਅਸੀਂ ਵੀ ਮਤਲਬ ਗੁਲਾਮ ਬਣ ਜਾਈਏ। ਸਾਨੂੰ ਗੁਲਾਮੀ ਲੱਗਦੀ ਹੈ ਜੇਕਰ ਸਾਨੂੰ ਅੱਡ ਕੌਮ ਦੇ ਤੌਰ ਤੇ ਮਾਨਤਾ ਨਹੀਂ ਮਿਲਦੀ। ਜਿੱਥੇ ਮਿਲੀ ਹੈ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ। ਅਸੀਂ ਇਹ ਵੀ ਕਹਿੰਦੇ ਹਾਂ ਕਿ ਛੇਤੀ ਪਾਕਿਸਤਾਨ ਕੋਲ ਇੱਕ ਕੰਟਰੀ ਹੈ, ਉਹ UN ਦਾ ਮੈਂਬਰ ਹੈ, ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ। ਕੀ ਸਿੱਖ ਆਪਣੇ ਵਿਦਿਆ ਦੇ ਪੱਧਰ ਉੱਤੇ ਜਾਂ ਆਪਣੇ ਕੋਈ ਪੋਲੀਟੀਕਲ ਸਰੋਤਾਂ ਦੇ ਜ਼ਰੀਏ ਕਿਸੇ ਵੀ ਉਪਰਾਲੇ ਤਹਿਤ ਕੀ ਮਤਲਬ ਗੱਲ ਹੁਣ ਤੱਕ ਜਤਾ ਨਹੀਂ ਪਾਏ ਹੈਗੇ ਜਾਂ ਅਗਲੇ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਸਿੱਖ ਇੱਕ ਵੱਖਰੀ ਕੌਮ ਹੈ? ਮੈਂ ਤੁਹਾਨੂੰ ਦੱਸਦਾ ਨਾ ਵੀ ਜਦੋਂ ਗਿਣਤੀ ਦੇ ਪੱਖੋਂ ਤੁਸੀਂ ਮਾਈਨਿਊਟ ਮਾਈਨੋਰਿਟੀ ਬਹੁਤ ਹੀ ਥੋੜੀ ਜਿਹੀ ਘੱਟ ਗਿਣਤੀ ਦੇ ਰੂਪ ਦੇ ਵਿੱਚ ਵਿਚਰ ਰਹੇ ਹੋਣ ਤਾਂ ਬਹੁਤੇ ਲੋਕ ਤੁਹਾਡੇ ਹੀ ਜਿਹੜੇ ਹੁੰਦੇ ਨੇ ਨਾ ਉਹ ਸੁੱਖ ਅਤੇ ਆਰਾਮ ਕਰਕੇ ਜਾਂ ਤਾਂ ਚੁੱਪ ਕਰਕੇ ਗੁਲਾਮੀ ਸਹਿ ਲੈਂਦੇ ਨੇ ਜਾਂ ਸਿੱਧੇ ਰੂਪ ਵਿੱਚ ਸਲਾਮ। ਪਰ ਇਸ ਗੱਲ ਨੂੰ ਪ੍ਰੋਫੈਸਰ ਸਾਹਿਬ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਘੱਟ ਗਿਣਤੀ ਹੋਣ ਦੇ ਬਾਵਜੂਦ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਇੱਕ ਅਹਿਮ ਰੋਲ ਹੈ ਤੇ ਅਹਿਮ ਸਥਾਨ ਹੈ। ਨਹੀਂ, ਉਹ ਜਿਹੜਾ ਹੈ ਉਹ ਉਹਨਾਂ ਦੇ ਇਤਿਹਾਸਕ ਪਰਸਪੈਕਟਿਵ ਦੀ ਝਲਕ ਹੈ ਕਿ ਉਹ ਇਤਿਹਾਸ ਵਿੱਚ, ਹਿਸਟਰੀ ਵਿੱਚ 550 ਸਾਲ ਚ ਉਹਨਾਂ ਨੇ ਆਪਣੇ ਆਪ ਨੂੰ ਕਦੇ ਵੀ ਮਾਨਸਿਕ ਤੌਰ ਤੇ ਇਸ ਚੀਜ਼ ਲਈ ਤਿਆਰ ਨਹੀਂ ਕੀਤਾ ਕਿ ਉਹ ਕਿਸੇ ਹੋਰ ਕੌਮ ਦਾ ਹਿੱਸਾ ਨਹੀਂ। ਉਹਨਾਂ ਨੇ ਆਪਣੇ ਆਪ ਨੂੰ ਅੱਡਰੀ ਕੌਮ ਕਿਉਂਕਿ ਉਹਨਾਂ ਦਾ ਪੈਗੰਬਰ ਦੇ ਗਿਆ ਸੀ ਉਹਨਾਂ ਨੂੰ, ਨਾ ਹਮ ਹਿੰਦੂ ਨਾ ਮੁਸਲਮਾਨ। ਇਹਦੀ ਜਦੋਂ ਸਾਰੀਆਂ ਗੱਲਾਂ ਦੀ ਡੈਫੀਨੇਸ਼ਨ ਕਰਾਂਗੇ, ਅਸੀਂ ਡਿਫਾਈਨ ਕਰਕੇ ਇੱਕ ਜਗ੍ਹਾ ਤੇ ਲਿਆਵਾਂਗੇ ਤਾਂ ਉਹਦੇ ਚੋਂ ਇਹੀ ਨਿਕਲੂਗਾ ਕਿ ਜਿਹੜਾ ਅੱਜ ਵਿਲੱਖਣ ਸਥਾਨ ਦਿਸ ਰਿਹਾ ਹੈ ਉਹ ਉਹਨਾਂ ਦੀ ਕੌਮੀ ਜਿਹੜਾ ਜਜ਼ਬਾ ਹੈ ਜਾਂ ਜਿਹੜਾ ਕੱਲਾ ਜਜ਼ਬਾ ਹੀ ਨਹੀਂ ਬਾਕੀ ਇਤਿਹਾਸਕ ਤੱਥ ਨੇ ਜਿਹੜੇ ਉਹ ਦੱਸਦੇ ਨੇ ਉਹਨਾਂ ਨੂੰ ਕਿ ਤੁਸੀਂ ਇੱਕ ਅੱਡ ਕੌਮ ਹੋ ਤੇ ਤੁਸੀਂ ਜੇ ਜਿਉਂਦੇ ਰਹਿਣਾ ਆਪਣੇ ਪੈਗੰਬਰ ਨਾਲ ਜੁੜ ਕੇ ਤਾਂ ਤੁਹਾਨੂੰ ਆਪਣੀ ਇਸ ਸੋਚ ਦਾ ਪ੍ਰਗਟਾਵਾ ਦੁਨੀਆ ਵਿੱਚ ਬਾਰ-ਬਾਰ ਕਰਨਾ ਪਏਗਾ। ਸੋ ਇਸੇ ਕਰਕੇ ਜਿੱਥੇ ਉਹ ਹਰ ਖੇਤਰ ਦੇ ਵਿੱਚ ਆਜ਼ਾਦ ਰੂਪ ਚ ਵਿਚਰਨਾ ਚਾਹੁੰਦੇ ਨੇ, ਖੁਸ਼ਹਾਲੀ ਦੇ ਵਿੱਚ ਲੋਕਾਂ ਦੇ ਵਿੱਚ ਸਾਥ ਦਿੰਦੇ ਨੇ, ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਕੌਮ ਦੇ ਕਰੈਕਟਰ ਦੇ ਤੌਰ ਤੇ ਜਦੋਂ ਤੁਸੀਂ ਗੱਲ ਕਰੋ। ਪਿੱਛੇ ਜੇ ਕਿਸਾਨ ਅੰਦੋਲਨ ਚੱਲਿਆ, ਕਿਸਾਨ ਅੰਦੋਲਨ ਦੇ ਵਿੱਚ ਕਿਹੜੀ ਐਸੀ ਗੱਲ ਸੀ ਭੰਗੂ ਸਾਹਿਬ, ਮੈਂ ਕਹਿੰਦਾ ਮੈਨੂੰ ਮੀਡੀਆ ਦੇ ਉੱਤੇ ਮੈਨੂੰ ਲੋਕ ਜਵਾਬ ਦੇਣ ਕਿ ਕਿਹੜੀ ਐਸੀ ਚੀਜ਼ ਸੀ ਕਿ ਹਰਿਆਣੇ ਦੇ ਜਾਟ ਸਿੱਖ ਬਣਨ ਲੱਗ ਗਏ। ਅੰਦੋਲਨ ਤਾਂ ਕਿਸਾਨੀ ਲੜਿਆ ਜਾ ਰਿਹਾ ਸੀ ਪਰ ਉਹ ਸਿੱਖ ਬਣਨ ਲੱਗ ਗਏ। ਇੱਕ SDM ਹੈ, ਸ਼ਾਇਦ ਉਹਦਾ ਨਾਮ ਮੈਂ ਭੁੱਲ ਗਿਆ ਹੁਣ, ਉਹਦਾ ਸਾਰਾ ਪਰਿਵਾਰ 24 ਮੈਂਬਰ ਪਰਿਵਾਰ ਦੇ SDM ਰਿਟਾਇਰਡ ਸੀਗੇ, ਉਹ ਮਤਲਬ ਕਿ ਸਿੱਖ ਬਣ ਗਏ। ਸੋ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਜਦੋਂ ਕੋਈ ਕੌਮ ਆਪਣੇ ਆਪ ਦੀ ਝਲਕ ਦੇਈ, ਹੁਣ ਉਹ ਤਾਂ ਭਲੇ ਹੀ ਕਰ ਰਹੇ ਸੀ ਸਾਰਿਆਂ ਦਾ, ਉੱਥੇ ਉਹਨਾਂ ਦਾ ਉਹ ਪੱਖ ਜਿਹੜਾ ਹੈ ਉਹ ਦੁਨੀਆ ਨੂੰ ਬਹੁਤ ਚੰਗਾ ਲੱਗਿਆ। ਜਿਵੇਂ ਪਾਕਿਸਤਾਨ ਦੇ ਵਿੱਚ ਆ ਫੈਸਲਾ ਹੋਇਆ, ਇਹਦਾ ਤਾਂ ਸਾਡੇ ਇੱਧਰ ਕੀ ਇੰਪੈਕਟ ਪਊਗਾ? ਇੰਪੈਕਟ ਇੰਟਰਨੈਸ਼ਨਲ ਪਏਗਾ। ਇੰਟਰਨੈਸ਼ਨਲ ਇਹ ਪਏਗਾ ਕਿ ਅਸੀਂ ਅੱਜ ਇਹ ਕਹਿਣ ਜੋਗੇ ਹੋ ਗਏ ਕਾਗਜ਼ਾਂ ਵਿੱਚ, ਉਹ ਤਾਂ ਅਸੀਂ ਕਹਿ ਹੀ ਰਹੇ ਹਾਂ
ਕਾਗਜ਼ਾਂ ਵਿੱਚ ਇਹ ਕਹਿਣ ਜੋਗੇ ਹੋ ਉਦਾਹਰਨ ਦੇਣ ਗਏ ਜੋਗੇ ਹੋ ਗਏ ਹੈ ਜੀ। ਉਦਾਹਰਨ ਦੇਣ ਜੋਗੇ ਉਦਾਹਰਨ ਨਹੀਂ, ਅਸੀਂ ਆਪਣਾ ਕੇਸ ਅੱਗੇ ਲੈ ਕੇ ਜਾਣ ਵਾਸਤੇ, ਅੱਗੇ ਮੀਨਸ ਯੂਐਨਓ ਤੱਕ ਲੈ ਜਾਣ ਵਾਸਤੇ ਅਸੀਂ ਪਾਕਿਸਤਾਨ ਨੂੰ ਅਪੀਲ ਕਰ ਸਕਦੇ ਹਾਂ। ਕਿਉਂਕਿ ਆਹੀ ਮੇਰਾ ਅੱਗੇ ਸਵਾਲ ਸੀ ਕਿ ਤੁਹਾਡੇ ਕੋਲ ਪਾਰਲੀਮੈਂਟ ਦਾ ਫਲੋਰ ਵੀ ਹੈਗਾ ਇਸ ਵਾਰ ਨਾ ਹਾਂਜੀ। ਗੱਲ ਰੱਖਣ ਦੇ ਲਈ, ਕੀ ਵੀ ਤੁਸੀਂ ਇਸ ਤੋਂ ਪਹਿਲਾਂ ਕਦੇ ਜਾਂ ਫਿਰ ਇਸ ਤੋਂ ਅੱਗੇ ਹੁਣ ਯੂਐਨਓ ਅੱਗੇ ਆਹ ਮਾਮਲਾ ਉਠਾਓਗੇ ਆਪਣੀ ਪਾਰਟੀ ਵੱਲੋਂ ਸਿੱਖਾਂ ਨੂੰ ਦੇਖੋ ਯੂਐਨਓ ਦੇ ਵਿੱਚ ਅਸੀਂ ਸਿੱਧੇ ਰੂਪ 'ਚ ਕੋਈ ਪੈਰਵਾਈ ਨਹੀਂ ਕਰ ਸਕਦੇ, ਇਸ ਚੀਜ਼ ਦੀ ਸਾਨੂੰ ਸਮਝ ਹੈ। ਹੁਣ ਸਾਡੇ ਕੋਲ ਇੱਕ ਜਿਹੜਾ ਪਾਕਿਸਤਾਨ ਨੇ ਕਾਨੂੰਨੀ ਤੌਰ ਤੇ ਸਾਨੂੰ ਕੌਮ ਮੰਨ ਲਿਆ ਹੈ, ਹੁਣ ਸਾਡੇ ਕੋਲ ਜਿੱਥੇ ਅਸੀਂ ਹੈਗੇ ਆ ਉੱਥੇ ਬੈਠ ਕੇ ਵੀ ਯੂਐਨਓ ਨੂੰ ਥਰੂ ਪਾਕਿਸਤਾਨ ਅਸੀਂ ਅਪੀਲ ਕਰ ਸਕਦੇ ਹਾਂ ਕਿ ਇੱਕ ਦੇਸ਼ ਨੇ ਸਾਨੂੰ ਕੌਮ ਮੰਨ ਲਿਆ ਹੈ ਤੇ ਤੁਸੀਂ ਇਹਦੇ ਉੱਤੇ VOTING ਕਰਾਓ। ਤੇ ਕਹਾ ਵੀ ਲਗਾਤਾਰ ਜਦੋਂ 84 ਦਾ ਵੇਲਾ ਸੀ ਉਦੋਂ ਆਹ ਗੱਲ ਚੱਲਦੀ ਸੀ ਕਿ ਪਾਕਿਸਤਾਨ ਤੋਂ ਹਥਿਆਰ ਆਉਂਦੇ ਨੇ, ਪਾਕਿਸਤਾਨ ਨੂੰ ਉਸ ਲਹਿਰ ਦੀ ਸਪੋਰਟ ਹੈਗੀ ਹੈ ਨਾ, ਆਹ ਗੱਲਾਂ ਸੀ। ਭਾਵੇਂ ਬਾਅਦ ਦੇ ਵਿੱਚ ਇਹ ਗੱਲਾਂ ਡਿਨਾਈ ਹੋ ਗਈਆਂ ਜਦੋਂ ਵੱਡੇ ਵੱਡੇ ਅਧਿਕਾਰੀਆਂ ਵੱਲੋਂ ਕਿਤਾਬਾਂ ਲਿਖੀਆਂ ਗਈਆਂ ਸਾਰੀ ਕੁਝ। ਤੇ ਅੱਜ ਵੀ ਕਿਸੇ ਇਸ ਗੱਲ ਨੂੰ ਇਸ ਤਰੀਕੇ ਨਾਲ ਤਾਂ ਨਹੀਂ ਲਿਆ ਜਾਊਗਾ ਕਿ ਸਿੱਖਾਂ ਦੀ ਸਪੋਰਟ ਦੇ ਵਿੱਚ ਪਾਕਿਸਤਾਨ ਹੈ, ਇਸੇ ਕਰਕੇ ਪਾਕਿਸਤਾਨ ਨੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਿੱਤਾ ਕਿ ਭਾਰਤ ਦੇ ਵਿੱਚ ਗੜਬੜ ਕਰਾਉਣਾ ਚਾਹੁੰਦਾ ਪਾਕਿਸਤਾਨ, ਸਿੱਖਾਂ ਦੇ ਥਰੂ ਕਰਾਉਣਾ ਚਾਹੁੰਦਾ। ਇਸ ਗੱਲ ਨੂੰ ਏਦਾਂ ਤਾਂ ਲਿਆ ਜਾਊਗਾ ਪ੍ਰੋਫੈਸਰ ਸਾਹਿਬ? ਦੇਖੋ ਮੈਂ ਭੰਗੂ ਸਾਹਿਬ ਬਹੁਤ ਲਿਬਰਲ ਸੋਚਦਾ ਬੰਦਾ, ਜੇ ਪਾਕਿਸਤਾਨ ਕੁਝ ਵੀ ਸੋਚ ਕੇ ਕਰ ਰਿਹਾ ਹੈ ਇਹ ਤਾਂ ਪਾਕਿਸਤਾਨ ਜਾਣਦਾ ਹੈ ਨਾ, ਪਰ ਮੈਂ ਤਾਂ ਆਪਣੀ ਕੌਮ ਦੇ ਤੱਥਾਂ ਬਾਰੇ ਜਾਣਦਾ ਕਿ ਜੋ ਪਾਕਿਸਤਾਨ ਨੇ ਕਿਹਾ ਉਹ ਆਧਾਰ ਆ ਉਹਦਾ ਇੱਕ, ਉਹਨੇ ਇਲੂਜ਼ਨਰੀ ਨਹੀਂ ਕਿਹਾ। ਜੇ ਉਹਨੇ ਬਿਨਾਂ ਕਿਸੇ ਤੱਥ ਦੇ ਆਧਾਰ ਤੇ ਕੀਤਾ ਹੋਵੇ ਫਿਰ ਕਿਹਾ ਜਾ ਸਕਦਾ ਹੈ ਕਿ ਉਹਨੇ ਤਾਂ ਆਪਣੇ ਮਕਸਦ ਨੂੰ ਪੂਰਾ ਕਰਨ ਵਾਸਤੇ ਕਿ ਇੰਡੀਆ 'ਚ ਗੜਬੜ ਕਰਾਉਣਾ ਚਾਹੁੰਦਾ ਹੈ ਤਾਂ ਇਹ ਗੱਲ ਕਹੀ ਹੈ। ਪਰ ਉੱਥੇ ਤਾਂ ਤੱਥ ਮੌਜੂਦ ਹੈ। ਜਦੋਂ 1909 ਦੇ ਵਿੱਚ ਮੈਂ ਆਪ ਜੀ ਨੂੰ ਉਦਾਹਰਨ ਦਿੱਤੀ ਹੈ, ਜਦੋਂ ਅੰਗਰੇਜ਼ ਗਵਰਨਮੈਂਟ ਨੇ ਸਾਨੂੰ ਇੱਕ ਅੱਡ ਕੌਮ ਦੇ ਤੌਰ ਤੇ ਮਾਨਤਾ ਦਿੱਤੀ, ਉਦੋਂ ਤਾਂ ਉਹਨੂੰ ਕੋਈ ਲਾਲਚ ਨਹੀਂ ਸੀਗੀ, ਉਦੋਂ ਤਾਂ ਪਾਕਿਸਤਾਨ ਤੇ ਇੰਡੀਆ ਹੈ ਹੀ ਇੱਕੋ ਸੀਗਾ। ਉਦੋਂ ਵੀ ਤਾਂ ਸਾਡੀ ਕੌਮ ਨੂੰ ਇੱਕ ਅੱਡ ਕੌਮ ਦੇ ਤੌਰ ਤੇ ਸਾਨੂੰ ਮਹਿਸੂਸ ਹੋਇਆ ਨਾ ਕਿ 1905 ਦੇ ਵਿੱਚ ਮਜੀਠੀਆ ਪਰਿਵਾਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹ ਤਾਂ ਵਾਪਰੀ ਹੈ ਕਿਉਂਕਿ ਸਾਨੂੰ ਕੌਮ ਨਹੀਂ ਮੰਨਿਆ ਗਿਆ, ਜਾਂ ਅਸੀਂ ਫਿਰ ਕੌਮ ਮਨਵਾਇਆ ਆਪਣੇ ਆਪ ਨੂੰ। ਉਹੀ ਕੋਸ਼ਿਸ਼ ਅੱਜ ਹੈ ਸਾਡੀ। ਜੇ ਪਾਕਿਸਤਾਨ ਨੇ ਮੰਨ ਲਿਆ ਤਾਂ ਇਹ ਕੋਈ ਹਵਾ ਚੋਂ ਨਹੀਂ ਉਤਰਿਆ, ਉਹ ਤੱਥਾਂ ਦੇ ਆਧਾਰ ਤੇ ਮੰਨਿਆ ਉਹਨੇ। ਤੇ ਜੇ ਅੱਜ ਕੋਈ ਬੰਦਾ ਇਸ ਨੂੰ ਵਕਾਲਤ ਕਰਦਾ, ਡਿਬੇਟ 'ਚ ਲੈ ਕੇ ਜਾਂਦਾ ਮੈਨੂੰ, ਮੈਂ ਕਹੂੰਗਾ ਇਹੀ ਗੱਲ ਜਿਹੜੀ ਮੈਂ ਆਪ ਜੀ ਨਾਲ ਡਿਸਕਸ ਕਰ ਰਿਹਾ ਮੈਂ ਉੱਥੇ ਵੀ ਇਹ ਗੱਲ ਲੈ ਕੇ ਜਾਵਾਂਗਾ। ਇਹੀ ਮੇਰਾ ਆਧਾਰ ਹੋਊਗਾ ਕਿ 1909 ਦੇ ਵਿੱਚ ਕਿਹੜੇ ਦੇਸ਼ ਨੂੰ ਕੀ ਲਾਲਚ ਸੀ। ਅੱਜ ਤਾਂ ਪਾਕਿਸਤਾਨ ਨੂੰ ਲਾਲਚ ਹੈ ਕੁਝ ਕਹਿੰਦੇ ਨੇ, ਤਾਂ ਫਿਰ ਉਦੋਂ ਕਿਹਨੂੰ ਲਾਲਚ ਸੀ ਵੀ ਉਹਨਾਂ ਨੇ ਸਾਨੂੰ ਇੱਕ ਅੱਡ ਕੌਮ ਮੰਨਿਆ? ਬਿਲਕੁਲ ਹਾਂ। ਸੋ ਇਹ ਤੱਥ ਨੇ, ਤੱਥਾਂ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ, ਇਹ ਹਿਸਟੋਰੀਕਲ ਡਾਟਾਜ਼ ਨੇ। ਸੋ ਮੈਂ ਤਾਂ ਹਿਸਟੋਰੀਕਲ ਡਾਟਾਜ਼ ਤੇ ਲੌਜਿਕ ਦੇ ਹਿਸਾਬ ਨਾਲ ਹੀ ਗੱਲ ਕਰਨਾ ਚਾਹੁੰਦਾ। ਉਸ ਆਧਾਰ ਤੇ ਅਸੀਂ ਇੱਕ ਕੌਮ ਹਾਂ ਤੇ ਪਾਕਿਸਤਾਨ ਦਾ ਧੰਨਵਾਦ ਹੈ ਤੇ ਇੰਡੀਆ ਨੂੰ ਫਿਰ ਇੱਕ ਸਲਾਹ ਹੈ ਕਿ ਉਹਨੂੰ ਵੀ ਸੱਚ ਛੇਤੀ ਹੀ ਸਵੀਕਾਰ ਕਰ ਲੈਣਾ ਚਾਹੀਦਾ ਹੈ। ਜੀ। ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਬਹੁਤ ਮਿਹਰਬਾਨੀ ਭੰਗੂ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੱਡੇ ਨੇਤਾ ਸਰਦਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ। ਸੋ ਗੱਲਬਾਤ ਦਾ ਵਿਸ਼ਾ ਸੀ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਗਈ। ਇਸ ਬਾਬਤ ਤੁਹਾਡੇ ਜਿਹੜੇ ਵਿਚਾਰ ਹੋਣਗੇ ਸਾਨੂੰ ਹਰ ਵਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜੀ ਤੁਹਾਡੀ ਫੀਡਬੈਕ ਹੈਗੀ ਹੈ ਜ਼ਰੂਰ ਭੇਜੋ ਤੇ ਤੁਸੀਂ ਦੇਖਦੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ। ਧੰਨਵਾਦ।